नैक्सट क्वेश्चन अपने कोल, वट वॉज द टाइम पीरियड ऑफ हड़प्पा सिविलाइजेशन। हड़प्पा सिविलाइजेशन का टाइम पीरियड की है। तो हड़प्पा सिविलाइजेशन का टाइम पीरियड बेटा जे तो आप मतलब टेंटेटिव मान के चलीए तो याद ज्यादा किताबों के मिलूगा वह हैगा 2500 तो लैके 1750। ठीक है, आना सारे किताबों के मिलते हैं वैसे। ठीक है, बट जोड़ा है नॉर्मल 2500 तो 1750 जोड़ा है मान के चलिया जाता। बट जो रेडियो कार्बन पीरियड हैगा, रेडियो कार्बन ना वैलिड मन्निया जाता, रेडियो कार्बन भी वैलिड मन्निया जाता। तो रेडियो कार्बन के अकॉर्डिंग पीरियड मन लिया जाता 2400 तो लैके 1700 BC। ठीक है, BC शायद तुहानू पता हो AD ते BC का फर्क। ठीक है, जिवें हुण ए कराउण लग गई तो तुहाडा बहुत ज्यादा टाइम वेस्ट हो जाऊगा। तो BC ते AD नू जरूर ध्यान दे विच रखना। ठीक है, तो 2500 तो लैके 1750 ਜਿਹੜਾ ਹੈਗਾ ਜ਼ਿਆਦਾ ਵੈਲਿਡ ਇਹਦਾ ਆਨਸਰ ਮੰਨਿਆ ਜਾਂਦਾ। 10th क्वेश्चन हैगा अपने कोल, out of the following remains excavated in Indus Valley, which one indicate the commercial and economic development। ਕਮਰਸ਼ੀਅਲ ਤੇ ਇਕਨੋਮਿਕ ਡਿਵੈਲਪਮੈਂਟ ਜਾਨੀ ਕਿ ਇਹਦਾ ਜਿਹੜਾ ਸੀਗਾ ਵਪਾਰ ਚੱਲਦਾ ਸੀਗਾ, ਟ੍ਰੇਡ ਚੱਲਦਾ ਸੀਗਾ ਹਨਾ, ਇਹਦੇ ਬਾਰੇ ਸਾਨੂੰ ਕਿਹਦੇ ਤੋਂ ਪਤਾ ਲੱਗਦਾ ਹੈਗਾ, ਸੀਲਸ ਤੋਂ। ਠੀਕ ਹੈ, ਸੀਲਸ ਤੋਂ। ਸੀਲਸ ਸੀਗੀਆਂ ਜਿਹੜੀਆਂ ਮੋਹਰਾਂ ਉਸ ਟਾਈਮ ਤੇ ਓਨਰਸ਼ਿਪ ਦੀ ਰਿਪਰੈਜ਼ੈਂਟੇਸ਼ਨ ਕਰਦੀਆਂ ਸੀ। ਠੀਕ ਹੈ, ਕਿਹੜੇ ਪਰਸਨ ਦੀ ਓਨਰਸ਼ਿਪ ਆ ਉਹਦੇ ਬਾਰੇ ਰਿਪਰੈਜ਼ੈਂਟ ਕਰਦੀਆਂ ਸੀ ਤੇ ਕਾਹਦੀਆਂ ਬਣੀਆਂ ਹੁੰਦੀਆਂ ਸੀ, ਸ਼ਿਲਖੜੀ ਦੀਆਂ। ਸ਼ਿਲਖੜੀ, ਠੀਕ ਹੈ, ਜਿਹਨੂੰ ਕਿ ਆਪਾਂ ਸਟੇਟਾਈਟ ਆਖ ਦਿੰਦੇ ਆ, ਸਟੇਟਾਈਟ। ਠੀਕ ਹੈ, ਸਟੇਟਾਈਟ ਦੀਆਂ ਬਣੀਆਂ ਹੁੰਦੀਆਂ ਸੀਗੀਆਂ ਤੇ ਸਟੇਟਾਈਟ ਆ ਜਿਹੜਾ ਉਸ ਟਾਈਮ ਤੇ ਇੰਪੋਰਟ ਕੀਤਾ ਜਾਂਦਾ ਸੀਗਾ। ਕਿੱਥੋਂ ਇੰਪੋਰਟ ਕੀਤਾ ਜਾਂਦਾ ਸੀ ਬੇਟਾ, ਸ਼ਹਿਰ ਸੋਖਲਾ, ਸ਼ਹਿਰ ਇਹ ਸੋਖਲਾ ईरान ਦੇ ਵਿੱਚ ਸੀ। ਠੀਕ ਹੈ, ईरान ਦੇ ਵਿੱਚ ਜਾਂ ਜਿਹੜਾ ਕਿਰਥਾਰ ਦੀਆਂ ਪਹਾੜੀਆਂ ਸੀਗੀਆਂ, ਠੀਕ ਹੈ, ਉਸ ਵਾਲੇ ਏਰੀਏ ਤੋਂ ਇਹ ਮੰਗਵਾਇਆ ਜਾਂਦਾ ਸੀ। ਸੀਲਸ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ ਸੀਲ ਕੀ ਦੀ ਰਿਪਰੈਜ਼ੈਂਟੇਸ਼ਨ ਕਰਦਾ ਹੈਗਾ, ਇੱਕ ਤਰੀਕੇ ਨਾਲ ਵਪਾਰ ਦੀ, ਇਹਨਾਂ ਦੀ ਇਕਨੋਮਿਕ ਹਾਲਤ ਦੀ। ਠੀਕ ਹੈ, ਤਾਂ ਜਿਹੜੀਆਂ ਸੀਲਸ ਮਿਲੀਆਂ ਸੀ, ਇਹਨਾਂ ਸੀਲ ਦੇ ਉੱਪਰ ਇੱਕ ਸਿੰਘ ਵਾਲਾ ਬੈਲ ਰਾਈਨੋ, ਠੀਕ ਹੈ, ਇੱਕ ਸਿੰਘ ਵਾਲਾ बैल, ਗੈਂਡੇ, ਭੇਡਾਂ, ਹਾਥੀ, ਇਹਨਾਂ ਦੀਆਂ ਤਸਵੀਰਾਂ, ਜਾਨਵਰਾਂ ਦੀਆਂ ਤਸਵੀਰਾਂ ਆਮ ਮਿਲਦੀਆਂ ਸੀ। ਠੀਕ ਹੈ, ਜਾਇਦਾਦ ਦੀ ਮਲਕੀਅਤ ਬਾਰੇ ਮਾਲਕ ਹੁੰਦੇ ਸੀ। ਮੈਂ ਪਹਿਲਾਂ ਹੀ ਦੱਸਿਆ ਕਿ ਇਹਦੇ ਉੱਪਰ ਜਾਇਦਾਦ ਦੀ ਰਿਪਰੈਜ਼ੈਂਟੇਸ਼ਨ ਤੁਹਾਡੀ ਮਲਕੀਅਤ ਨੂੰ ਇਹ ਸ਼ੋ ਕਰਦੀਆਂ ਸੀ। ਜਿਹੜੀਆਂ ਵਪਾਰ ਸੀਗੇ ਸਾਡੇ ਡਿਫਰੈਂਟ ਦੇਸ਼ਾਂ ਦੇ ਨਾਲ ਚੱਲਦੇ ਆ ਨਾ, ਜਿਵੇਂ ਆਪਾਂ ਕਹੀਏ ਕਾਫੀ ਉਸ ਟਾਈਮ ਤੇ ਸਾਡਾ ਜਿਹੜਾ ਹੜੱਪਾ ਕਾਲ ਦੇ ਵਿੱਚ ਵਪਾਰ ਮੇਨ ਚੱਲਦਾ ਸੀ, ਆਪਾਂ ਕਹਿ ਸਕਦੇ ਆ ਮੈਸੋਪੋਟਾਮੀਆ ਦੇ ਨਾਲ ਹਨਾ। ਤਾਂ ਮੈਸੋਪੋਟਾਮੀਆ ਦੇ ਨਾਲ ਮੇਨ ਵਪਾਰ ਚੱਲਦਾ ਸੀਗਾ ਸਾਡਾ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਸੀਗਾ ਪਰਸ਼ੀਆ ਦੇ ਨਾਲ ਹਨਾ ਮੇਨ ਵਪਾਰ ਚੱਲਦਾ ਸੀਗਾ। ਤਾਂ ਇਸ ਤਰੀਕੇ ਨਾਲ ਡਿਫਰੈਂਟ ਦੇਸ਼ਾਂ ਦੇ ਨਾਲ ਸਾਡਾ ਜਿਹੜਾ ਵਪਾਰ ਚੱਲਦਾ ਸੀਗਾ। ਤਾਂ ਮੈਸੋਪੋਟਾਮੀਆ ਤੋਂ ਜਿਹੜੀਆਂ ਮੈਸੋਪੋਟਾਮੀਆ ਦੀਆਂ ਸੀਲਾਂ ਹੈਗੀਆਂ ਉਹ ਕਿੱਥੋਂ ਮਿਲੀਆਂ ਹੈਗੀਆਂ, ਕਾਲੀਬੰਗਾ ਤੇ ਮੋਹਨਜੋਦੜੋ ਤੋਂ। ਕਾਲੀਬੰਗਾ ਤੇ ਮੋਹਨਜੋਦੜੋ ਤੋਂ ਕਿਹੜੀਆਂ ਸੀਲਾਂ ਮਿਲੀਆਂ ਨੇ, ਮੈਸੋਪੋਟਾਮੀਆ ਦੀਆਂ। ਠੀਕ ਹੈ, ਤੇ ਜਿਹੜੀਆਂ ਸਾਡੇ ਕੋਲ ਦੂਜੀਆਂ ਸੀਲਾਂ ਮਿਲੀਆਂ ਨੇ, ਜਿਵੇਂ ਆਪਾਂ ਪਰਸ਼ੀਅਨ ਸੀਲਾਂ ਮਿਲੀਆਂ ਹੈਗੀਆਂ, ਪਰਸ਼ੀਆ ਦੇ ਨਾਲ, ਪਰਸ਼ੀਅਨ ਵਪਾਰ ਦੇ ਨਾਲ ਰਿਪਰੈਜ਼ੈਂਟ ਕਰਦੀਆਂ, ਉਹ ਕਿੱਥੋਂ ਮਿਲੀਆਂ ਹੈਗੀਆਂ, ਲੋਥਲ ਤੋਂ। ਠੀਕ ਹੈ, ਉਹ ਕਿੱਥੋਂ ਮਿਲੀਆਂ ਆਪਾਂ ਨੂੰ, ਲੋਥਲ ਤੋਂ। ਕਲੀਅਰ ਬੇਟਾ, ਤਾਂ ਇਹ ਇੰਪੋਰਟੈਂਟ ਹੋ ਸਕਦਾ। ਤਾਂ ਪਸ਼ੂਪਤੀ ਜਿਹੜੇ ਹੈਗੇ ਆ ਉਹਨਾਂ ਦੀਆਂ ਸੀਲਾਂ ਬਹੁਤ ਮਿਲੀਆਂ। ਆਪਾਂ ਪਹਿਲਾਂ ਹੀ ਗੱਲ ਕੀਤੀ, ਇੱਕ ਤਿੰਨ ਸਿਰ ਵਾਲਾ ਦੇਵਤਾ, ਉੱਪਰ ਸਿੰਘ ਹਨਾ ਬਣੇ ਹੋਏ ਆ, ਜਾਨਵਰ ਉਹਦੇ ਪੈਰਾਂ ਦੇ ਵਿੱਚ ਬੈਠੇ ਹੋਏ ਆ, ਤੇ ਇਹ ਕਾਮਨ ਦਿਖਾਇਆ ਗਿਆ। ਇੱਕ ਹੋਰ ਚੀਜ਼ ਇੱਥੇ ਧਿਆਨ ਦੇ ਵਿੱਚ ਰੱਖਿਓ ਬੇਟਾ, ਸਾਡਾ ਵਪਾਰ ਚੱਲਦਾ ਸੀ, ਆਪਾਂ ਗੱਲ ਕੀਤੀ। ਠੀਕ ਹੈ, ਤਾਂ ਸਮੇਰੀਅਨ ਲਿਖਤਾਂ, ਸਮੇਰੀਆ ਜਿਹੜੀਆਂ ਲਿਖਤਾਂ ਸੀਗੀਆਂ, ਸਮੇਰੀਅਨ ਲਿਖਤਾਂ ਸੀ। ਤਾਂ ਸਮੇਰੀਆ ਦੀਆਂ ਜੋ ਲਿਖਤਾਂ ਸੀ ਉਹਨਾਂ ਦੇ ਵਿੱਚ ਮੇਲੂਆ ਨਾਲ ਵਪਾਰ, ਉਹ ਲਿਖਦੇ ਆ ਕਿ ਸਾਡਾ ਵਪਾਰ ਨਾ ਮੇਲੂਆ ਦੇਸ਼ ਦੇ ਨਾਲ ਚੱਲਦਾ। ਤਾਂ ਜਿਹੜਾ ਇਹ ਮੇਲੂਆ ਸ਼ਬਦ ਯੂਜ਼ ਕੀਤਾ ਗਿਆ, ਇਹ ਮੇਲੂਆ ਸਮੇਰੀਅਨਾਂ ਨੇ ਇੰਡਸ ਦੇ ਲੋਕਾਂ ਦੇ ਲਈ, ਜਾਨੀ ਕਿ ਸਿੰਧ ਘਾਟੀ ਦੇ ਲਈ ਹੀ ਯੂਜ਼ ਕੀਤਾ ਹੋਇਆ। ਤੇ ਸਾਡੇ ਜਿਹੜੇ ਹੈਗੇ ਆ ਮੁੱਖ ਸਟੇਸ਼ਨ ਵਪਾਰ ਦੇ ਲਈ ਜਿਹੜੇ ਸੀਗੇ ਉਸ ਟਾਈਮ ਤੇ, ਉਹ ਕਿਹੜੇ ਹੈਗੇ, ਇੱਕ ਹੈਗਾ ਦਿਲਮਨ। ਠੀਕ ਹੈ, ਦਿਲਮਨ ਕਿੱਥੇ ਸੀਗਾ, ਬਹਿਰਾਨ ਦੇ ਵਿੱਚ, ਤੇ ਦੂਜਾ ਸੀਗਾ ਮਕਰਾਨ। ਤੇ ਮਕਰਾਨ ਕਿੱਥੇ ਆਪਣੇ ਕੋਲ, ਮਕਰਾਨ ਕੋਸਟ ਦੇ ਵਿੱਚ। ਠੀਕ ਹੈ, ਤਾਂ ਇਹ ਦੋ ਜਿਹੜੇ ਹੈਗੇ ਮੇਨ ਵਪਾਰਕ ਏਰੀਆ ਸੀ। ਜੇ ਪੁੱਛ ਲੈਣ ਕਿ ਸਾਡੇ ਵਪਾਰ ਦਾ ਆਧਾਰ ਕੀ ਸੀਗਾ, ਤਾਂ ਵਪਾਰ ਸਾਡਾ ਸੀਗਾ ਜਿਹੜਾ ਉਹ ਬਾਰਟਰ ਸਿਸਟਮ। ਤੁਸੀਂ ਸੁਣਿਆ ਹੋਣਾ, ਤੁਹਾਨੂੰ ਉਸ ਟਾਈਮ ਤੇ ਏਡਾ ਐਗਜ਼ਿਸਟ ਨਹੀਂ ਸੀ ਕਰਦਾ ਹਨਾ। ਤਾਂ ਬਾਰਟਰ ਸਿਸਟਮ ਸੀ, ਚੀਜ਼ਾਂ ਦਾ ਲੈਣ ਦੇਣ, ਕਿਸੇ ਕੋਲ ਕਣਕ ਆ ਤਾਂ ਉਹ ਤੋਂ ਕਣਕ ਲੈ ਲਈ, ਬਦਲੇ ਚ ਕਪਾਹ ਦੇਤੀ ਹਨਾ। ਇਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਹੈਗੀਆਂ
ਬਾਰਟਰ ਸਿਸਟਮ ਵਟਾਂਦਰਾ ਪ੍ਰਣਾਲੀ ਦਾ ਪ੍ਰਯੋਗ ਉਸ ਟਾਈਮ ਤੇ ਹੁੰਦਾ ਸੀ। ਇਸ ਤੋਂ ਬਿਨਾ ਆਪਾਂ ਗੱਲ ਕਰੀਏ ਸੈਕਿੰਡ ਆਪਣਾ ਕੋਲ 11th ਕੁਐਸਚਨ, ਗ੍ਰੈਨਰੀ ਡਿਸਕਵਰਡ ਐਟ ਹੜੱਪਾ ਵਾਸ ਲੋਕੇਟਡ। ਗ੍ਰੈਨਰੀ ਕਿੱਥੇ ਆ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਆ, ਜਿਹੜੀ ਹੜੱਪਾ ਦੇ ਵਿੱਚ ਗ੍ਰੈਨਰੀ, ਹੜੱਪਾ ਸਾਈਡ ਦੀਆਂ ਜਿਹੜੀ ਗ੍ਰੈਨਰੀ ਮਿਲੀ ਹੈਗੀ ਆ ਉਹ ਕਿਹੜੀ ਦੇ ਸਾਈਡ ਕਿੱਥੇ ਹੈਗੀ ਆ, ਜਿਹੜੀਆਂ 7 ਗ੍ਰੈਨਰੀਜ਼ ਪੁੱਛ ਰਿਹਾ ਤਾਂ 7 ਗ੍ਰੈਨਰੀ ਰਿਵਰ ਰਾਵੀ ਰਿਵਰ ਦੇ ਉੱਪਰ ਆ। ਇਹ ਆਪਸ਼ਨ ਹੈ ਹੀ ਨਹੀਂ ਬਟ ਉਹ ਤੁਹਾਨੂੰ ਚਾਹੀਦੀ ਵੀ ਨਹੀਂ, ਠੀਕ ਹੈ। ਤੇ ਸਾਡਾ ਆਨਸਰ ਇੱਥੇ ਰਿਵਰ ਰਾਵੀ ਬਣਦਾ ਕਿਉਂਕਿ ਹੜੱਪਾ ਕਿੱਥੇ ਆ, ਰਾਵੀ ਰਿਵਰ ਦੇ ਉੱਪਰ। ਦੈਨ ਹੈਗਾ ਦਾ ਹੜੱਪਾ ਸਿਵਲਾਈਜੇਸ਼ਨ ਡੋਂਟ ਹੈਵ ਹੋਮੋਜੈਨਿਟੀ ਆਫ, ਤਾਂ ਹੜੱਪਾ ਸਿਵਲਾਈਜੇਸ਼ਨ ਦੇ ਵਿੱਚ ਕਿਹਦੀ ਹੋਮੋਜੈਨਿਟੀ ਨਹੀਂ ਆ, ਤਾਂ ਹੜੱਪਾ ਸਿਵਲਾਈਜੇਸ਼ਨ ਦੇ ਵਿੱਚ ਕਿਹਦੀ ਹੋਮੋਜੈਨਿਟੀ ਨਹੀਂ ਹੈਗਾ, ਵੇਟ ਤੇ ਮੇਜਰ। ਵੇਟ ਤੇ ਮੇਜਰ ਜਿਹੜੇ ਸੀ ਮਾਪ ਸੀਗੇ ਉਸ ਟਾਈਮ ਤੇ ਉਹ ਉਹਨਾਂ ਦੇ ਵਿੱਚ ਜਿਹੜੀ ਹੈਗੀ ਉਹ ਪਾਈ ਗਈ ਆ ਸਮਾਨਤਾ, ਤੇ ਮਲਟੀਪਲਾਈ 16 ਹੁੰਦੇ ਸੀਗੇ, 16 ਦਾ ਗੁਣਾ ਕਰਕੇ ਬਣਾਏ, ਮਤਲਬ 16 ਗੁਣਾ ਦੇ ਮਾਪ ਦੇ ਤੋਲ ਦੇ ਹੁੰਦੇ ਸੀਗੇ ਇਹ, ਠੀਕ ਹੈ ਜੀ। ਸੈਰਲ ਕ੍ਰੌਪਸ ਦੇ ਵਿੱਚ ਸਮਾਨਤਾ ਪਾਈ ਗਈ ਆ, ਬਿਲਕੁਲ ਸਹੀ ਆ ਨਾ। ਤਾਂ ਉਸ ਟਾਈਮ ਤੇ ਜਿਹੜਾ ਹੈਗਾ ਕਾਫੀ ਸਾਰੀਆਂ ਕ੍ਰੌਪਸ ਜਿਹੜੀਆਂ ਸੀ ਉਹ ਅਵੇਲੇਬਲ ਹੁੰਦੀਆਂ ਸੀ। ਜੇ ਮੇਨ ਆਪਾਂ ਗੱਲ ਕਰੀਏ ਵੀਟ, ਬਾਰਲੇ ਹਨਾ, ਜੌਂ ਹੋ ਗਏ, ਮਿਲਟ ਹੋ ਗਿਆ ਜਾਨੀ ਬਾਜਰਾ ਹੋ ਗਿਆ ਹਨਾ, ਤਾਂ ਇਹ ਸਾਨੂੰ ਉਸ ਟਾਈਮ ਤੇ ਅਵੇਲੇਬਲ ਹੁੰਦੇ ਆ। ਲੋਥਲ ਤੇ ਰੰਗਪੁਰ ਦੇ ਵਿੱਚ ਤੁਹਾਨੂੰ ਪਤਾ ਹੈ ਨਾ, ਲੋਥਲ ਤੇ ਰੰਗਪੁਰ ਦੇ ਵਿੱਚ ਸਾਨੂੰ, ਲੋਥਲ ਦੇ ਵਿੱਚ ਤਾਂ ਮੈਂ ਕਰਾਈ ਚੁੱਕੀ ਆ, ਰੰਗਪੁਰ ਦੇ ਵਿੱਚ ਵੀ ਚੌਲਾਂ ਦੇ ਹਸਕ ਮਿਲਿਆ, ਰਾਈਸ ਹਸਕ ਮਿਲਿਆ, ਮਤਲਬ ਕਿ ਉਸ ਟਾਈਮ ਤੇ ਖੇਤੀ ਮੌਜੂਦ ਸੀਗੀ, ਠੀਕ ਹੈ। ਇਸ ਤੋਂ ਬਿਨਾ ਜਿਹੜਾ ਸੀ ਆਪਾਂ ਨੂੰ ਕਾਲੀਬੰਗਾ ਦੇ ਵਿੱਚ ਵੂਡਨ ਪਲਾ ਵੀ ਮਿਲੇ ਸੀਗੇ ਹਨਾ, ਵਾਏ ਹੋਏ ਖੇਤ ਵੀ ਮਿਲੇ ਸੀਗੇ, ਠੀਕ ਹੈ। ਇਸ ਤੋਂ ਬਿਨਾ ਇੱਕ ਹੋਰ ਜਿਹੜਾ ਬਹੁਤ ਵੱਡਾ ਪ੍ਰੂਫ ਮਿਲਦਾ ਕਿ ਸੰਸਾਰ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਹੈਗੀ ਆ ਕਾਟਨ, ਸਭ ਤੋਂ ਪਹਿਲੀ ਕਾਟਨ ਜਾਨੀ ਕਿ ਕਪਾਹ ਇੰਡਸ ਵੈਲੀ ਲੋਕਾਂ ਨੇ ਹੀ ਉਗਾਉਣੀ ਸ਼ੁਰੂ ਕੀਤੀ ਸੀ, ਭਾਰਤ ਦੀ ਸਿੰਧ ਘਾਟੀ ਸਭਿਅਤਾ ਦੇ ਲੋਕਾਂ ਨੇ ਹੀ ਉਗਾਉਣੀ ਸ਼ੁਰੂ ਕੀਤੀ ਸੀਗੀ। ਇਸੇ ਕਰਕੇ ਗ੍ਰੀਕਾਂ ਨੇ ਜਿਹੜਾ ਹੈਗਾ ਇਹਨੂੰ ਸਿੰਧੋ ਨਾਮ ਦਿੱਤਾ। ਸਿੰਧੋ ਕਿਹਨੂੰ ਨਾਮ ਦਿੱਤਾ, ਇਹਨਾਂ ਨੇ ਕਪਾਹ ਵਾਸਤੇ ਯੂਜ਼ ਕੀਤਾ ਸੀਗਾ, ਠੀਕ ਹੈ, ਕਿਉਂਕਿ ਉਹਨਾਂ ਨੇ ਕਪਾਹ ਉਗਾਉਣ ਦੀ ਪੂਰੀ ਜਿਹੜੀ ਪ੍ਰਕਿਰਿਆ ਸੀਗੀ ਉਹ ਇਹਨਾਂ ਤੋਂ ਸਿੱਖੀ ਸੀ, ਠੀਕ ਹੈ ਜੀ। ਤਾਂ ਇਹਦਾ ਮਤਲਬ ਫਸਲਾਂ ਦੇ ਵਿੱਚ ਵੀ ਉਸ ਟਾਈਮ ਤੇ ਸਾਡੇ ਕੋਲ ਫਾਰਮਿਟੀ ਸੀਗੀ, ਮਤਲਬ ਸਮਾਨਤਾ ਸੀਗੀ, ਬਟ ਬਰੀਅਲ ਸਾਈਟਸ ਦੇ ਵਿੱਚ ਉਸ ਟਾਈਮ ਤੇ ਸਮਾਨਤਾ ਬਿਲਕੁਲ ਨਹੀਂ ਸੀਗੀ, ਠੀਕ ਹੈ। ਬਰੀਅਲ ਸਾਈਟ ਦੇ ਵਿੱਚ ਕੋਈ ਵੀ ਸਮਾਨਤਾ ਨਹੀਂ ਸੀ ਪਾਈ ਜਾਂਦੀ, ਕਿਉਂਕਿ ਜਿਹੜੀ ਵੀ ਜਗ੍ਹਾ ਸੀਗੀ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬਰੀਅਲ ਸਾਈਟ ਪਾਏ ਗਏ ਆ। ਜਿਵੇਂ ਪਹਿਲੀ ਗੱਲ ਤਾਂ ਜੇ ਆਪਾਂ ਹੜੱਪਾ ਕਾਲ ਦੇ ਵਿੱਚ ਮੁਰਦਿਆਂ ਦੀ ਗੱਲ ਕਰਦੇ ਆ, ਉਹ ਦਫਨਾਏ ਜਾਂਦੇ ਸੀ ਨਾਰਥ ਟੂ ਸਾਊਥ ਸਿਰ ਕਰਕੇ, ਠੀਕ ਹੈ, ਉੱਤਰ ਤੋਂ ਦੱਖਣ ਉਹਨਾਂ ਦਾ ਸਿਰ ਹੁੰਦਾ ਸੀ। ਜੇ ਆਪਾਂ ਕਾਲੀਬੰਗਾ ਦੇ ਵਿੱਚ ਗੱਲ ਕਰੀਏ, ਠੀਕ ਹੈ, ਕਾਲੀਬੰਗਾ ਦੇ ਵਿੱਚ ਗੱਲ ਕਰੀਏ, ਕਾਫੀ ਸਾਰੀਆਂ ਮਿਲੀਆਂ ਬਟ ਕਾਲੀਬੰਗਾ ਦੇ ਵਿੱਚ, ਅੱਛਾ ਮੈਂ ਤੁਹਾਨੂੰ ਪਿੱਛੇ ਕਰਵਾਇਆ ਸੀ ਨਾ ਕਿ ਡਬਲ ਬਰੀਅਲ ਵੀ ਮਿਲਿਆ, ਤਾਂ ਇੱਥੇ ਡਬਲ ਬਰੀਅਲ ਮਿਲਣ ਦੇ ਨਾਲ ਨਾਲ ਕਾਲੀਬੰਗਾ ਦੇ ਵਿੱਚ ਸਰਕੂਲਰ ਚੱਕਰਦਾਰ ਮੇਨ ਜਿਹੜੇ ਮਿਲਿਆ, ਠੀਕ ਹੈ। ਉਹ ਤੁਸੀਂ ਬਰੀਅਲ ਉਹ ਨਾ ਕਰਿਓ, ਜਿਹੜੇ ਆਪਾਂ ਗੱਲ ਕੀਤੀ ਸੀ ਡਬਲ ਬਰੀਅਲ ਨਾ ਕਰਿਓ, ਡਬਲ ਬਰੀਅਲ ਜ਼ਿਆਦਾ ਲੋਥਲ ਦੇ ਵਿੱਚ ਮਿਲੇ ਆ, ਚੱਕਰਦਾਰ ਤੇ ਆਇਤਾਕਾਰ, ਠੀਕ ਹੈ, ਚੱਕਰਦਾਰ ਤੇ ਆਇਤਾਕਾਰ ਜਾਨੀ ਕਿ ਰੈਕਟੈਂਗੂਲਰ ਤੇ ਸਰਕੂਲਰ ਜਿਹੜੀਆਂ ਹੈਗੀਆਂ ਉਹ ਬਰੀਅਲ ਇੱਥੇ ਮਿਲਿਆ ਜਿੱਥੇ ਮੁਰਦੇ ਇਹਨਾਂ ਕਬਰਾਂ ਦੇ ਵਿੱਚ ਦਬਾਏ ਗਏ ਸੀ। ਲੋਥਲ, ਸਿਰਫ ਲੋਥਲ ਤੇ ਯਾਦ ਕਰਿਓ ਉਲਝ ਜਾਓਗੇ, ਠੀਕ ਹੈ। ਤਾਂ ਡਬਲ ਬਰੀਅਲ ਪੁੱਛਣ ਕੇ ਡਬਲ ਬਰੀਅਲ ਦੋ ਮੁਰਦੇ ਕਿੱਥੇ ਦਬਾਏ ਗਏ ਤਾਂ ਲੋਥਲ, ਬਸ ਲੋਥਲ ਹੀ ਯਾਦ ਕਰਨਾ ਇੱਥੇ। ਮੈਂ ਜਿਵੇਂ ਪਹਿਲਾਂ ਕਾਲੀਬੰਗਾ ਚ ਦੱਸਿਆ ਉਹ ਯਾਦ ਨਾ ਕਰਿਓ, ਡਬਲ ਬਰੀਅਲ ਕਿੱਥੇ ਆ, ਲੋਥਲ ਦੇ ਵਿੱਚ, ਠੀਕ ਹੈ। ਹੜੱਪਾ ਦੇ ਵਿੱਚ ਪੁੱਛਣ ਕਿ ਹੜੱਪਾ ਦੇ ਵਿੱਚ ਕਿਹੜੀ ਸਿਮੈਂਟਰੀ ਮਿਲੀ ਆ, ਤਾਂ ਹੜੱਪਾ ਦੇ ਵਿੱਚ R37 ਨਾਂ ਦੀ ਸਿਮੈਂਟਰੀ ਮਿਲੀ ਆ, ਠੀਕ ਹੈ, ਤੇ H ਸਿਮੈਟਰੀ। ਜੇ ਪੁੱਛਣ H ਸਿਮੈਟਰੀ ਤੇ R37 ਸਿਮੈਟਰੀ ਕਬਰਿਸਤਾਨ ਕਿੱਥੇ ਮਿਲਿਆ ਤਾਂ ਹੜੱਪਾ ਦੇ ਵਿੱਚ, ਠੀਕ ਹੈ। ਸੁਰਕੋਟੜਾ ਦੇ ਵਿੱਚ ਗੱਲ ਕਰਦੇ ਆ, ਸੁਰਕੋਟੜਾ ਦੇ ਵਿੱਚ, ਠੀਕ ਹੈ, ਸਾਨੂੰ ਹੈਗੇ ਜਿਹੜੇ ਪੌਟ ਬਰੀਅਲ ਵੀ ਮਿਲੇ ਆ, ਠੀਕ ਹੈ। ਸੁਰਕੋਟੜਾ ਦੇ ਵਿੱਚ ਕੀ ਮਿਲਿਆ ਹੈਗਾ, ਪੌਟ ਬਰੀਅਲ, ਜਾਨੀ ਕਿ ਸੁਰਕੋਟੜਾ ਪਹਿਲਾਂ ਧਿਆਨ ਦੇ ਵਿੱਚ ਰੱਖੋ ਬੇਟਾ ਕਿੱਥੇ, ਗੁਜਰਾਤ ਦੇ ਵਿੱਚ, ਠੀਕ ਹੈ। ਕੀ ਮਿਲਿਆ ਹੈਗਾ ਤੇ ਪੌਟ ਬਰੀਅਲ, ਜਾਨੀ ਕਿ ਕਿਸੇ ਘੜੇ ਦੇ ਵਿੱਚ, ਜਿਵੇਂ ਕਿਸੇ ਵਰਤਮਾਨ ਦੇ ਵਿੱਚ, ਵਰਤਮਾਨ ਕੋਈ ਵੱਡਾ ਸਾਰਾ ਭਾਂਡਾ ਲੈ ਕੇ ਉਹਦੇ ਵਿੱਚ ਦੱਬ ਕੇ ਰੱਖਿਆ ਹੋਵੇ ਹਨਾ ਮੁਰਦਾ, ਠੀਕ ਹੈ, ਤਾਂ ਹੁੰਦੇ ਪੌਟ ਬਰੀਅਲ। ਗੁਜਰਾਤ ਦੇ ਵਿੱਚ ਆ ਸੁਰਕੋਟੜਾ, ਤੇ ਮੋਸਟ ਇੰਪੋਰਟੈਂਟ ਚੀਜ਼ ਇੱਥੇ ਵੈਸੇ ਹੀ ਘੋੜਾ ਇੰਨਾ ਆਮ ਨਹੀਂ ਸੀ ਬਟ ਇੱਥੇ ਘੋੜੇ ਦੀਆਂ ਹੱਡੀਆਂ ਬਾਅਦ ਦੇ ਵਿੱਚ ਜਾ ਕੇ ਮਿਲੀਆਂ, ਘੋੜੇ ਦੀਆਂ ਹੱਡੀਆਂ ਮਿਲੀਆਂ ਸੁਰਕੋਟੜਾ ਦੇ ਵਿੱਚ, ਠੀਕ ਹੈ ਜੀ। ਤੇ ਪੌਟ ਬਰੀਅਲ ਵਾਸਤੇ ਇਹ ਏਰੀਆ ਸੀਗਾ ਜਿਹੜਾ ਉਹ ਕਾਫੀ ਜ਼ਿਆਦਾ ਪ੍ਰਸਿੱਧ ਸੀ। ਜੇ ਪੁੱਛਣ ਕਿ ਰਾਈਨੋ ਦੇ ਮਤਲਬ ਰਿਮੇਨ ਕਿੱਥੇ ਮਿਲਿਆ, ਇੱਕ ਸਿੰਘ ਵਾਲੇ ਗੈਂਡੇ ਦੇ ਰਿਮੇਨ ਆ ਜਿਹੜੇ ਉਹ ਅਮਾਰੀ ਦੇ ਵਿੱਚ ਮਿਲੇ ਆ, ਸਿੰਧ ਦੇ ਵਿੱਚ, ਠੀਕ ਹੈ, ਸਿੰਧ ਦੇ ਵਿੱਚ ਆ ਅਮਾਰੀ, ਇਸ ਖੇਤਰ ਦੇ ਵਿੱਚ ਇਹਦੇ ਰਿਮੇਨ ਮਿਲੇ ਆ, ਠੀਕ ਹੈ। ਤੇ ਜੇ ਪੁੱਛ ਲੈਣ ਤੁਹਾਡੇ ਤੋਂ, ਬਸ ਇੰਪੋਰਟੈਂਟ ਮੇਨ ਇਹੀ ਆ, ਠੀਕ ਹੈ। ਇਸ ਤੋਂ ਬਿਨਾ
ਆਪਾਂ ਗੱਲ ਕਰ ਰਹੇ ਸੀਗੇ ਦਫਨਾਉਣ ਦੀ ਗੱਲ ਚੱਲ ਰਹੀ ਸੀ ਤਾਂ ਪੋਟ ਬਰੀਅਲ ਹੈਗੇ ਆ ਕਿੱਥੇ ਮਿਲੇ ਆਪਾਂ ਨੂੰ, ਸਰਕੋਟੜਾ ਦੇ ਵਿੱਚ ਫਾਈਂਡ ਹੋਏ ਆ। ਮੋਹਨਜੋਦੜੋ ਦੇ ਵਿੱਚ ਗੱਲ ਕਰੀਏ ਆਪਾਂ ਤਾਂ ਮੋਹਨਜੋਦੜੋ ਦੇ ਵਿੱਚ ਜਿਹੜੇ ਫਾਈਂਡ ਹੋਏ ਆ ਬੇਟਾ ਉਹ ਹੈਗੀ ਆ 3 ਮੇਨ ਸਿਸਟਮ ਸੀਗੇ ਜਿਹੜੇ ਯੂਜ਼ ਕੀਤੇ ਜਾਂਦੇ ਸੀ। ਇੱਕ ਤਾਂ ਕੰਪਲੀਟ ਬਰੀਅਲ ਆ ਜਿਹਦੇ ਚ ਕੀ ਸੀ, ਸਾਰੇ ਸਰੀਰ ਨੂੰ ਹੀ ਮੁਰਦੇ ਦੇ ਨੂੰ ਦਫਨਾ ਦਿੱਤਾ ਜਾਂਦਾ ਸੀ, ਸਾਰਾ ਜਿਹੜਾ ਸੀਗਾ ਉਹ ਦਫਨਾਇਆ ਜਾਂਦਾ ਸੀ। ਦੂਜਾ ਸਿਸਟਮ ਸੀਗਾ ਫ੍ਰੈਕਸ਼ਨਲ ਤਾਂ ਫ੍ਰੈਕਸ਼ਨਲ ਦੇ ਵਿੱਚ ਕੀ ਹੁੰਦਾ ਸੀਗਾ, ਅੰਸ਼ਕ ਦਬਾਇਆ ਜਾਂਦਾ, ਜਿਵੇਂ ਸਰੀਰ ਦਾ ਕੋਈ ਹਿੱਸਾ ਦਬਾ ਦਿੱਤਾ ਜਾਂਦਾ ਸੀ, ਸਾਰਾ ਸਰੀਰ ਨਹੀਂ ਸੀ ਦਫਨਾਇਆ ਜਾਂਦਾ। ਇੱਕ ਹੁੰਦਾ ਪੋਸਟ ਕ੍ਰੀਮੇਸ਼ਨ ਸੀ, ਪਹਿਲਾਂ ਜਿਵੇਂ ਆਪਣੇ ਸਾੜ ਦੇ ਸੰਸਕਾਰ ਕਰਦੇ ਆ ਤਾਂ ਸੰਸਕਾਰ ਕਰਕੇ ਅੰਤਮ ਸੰਸਕਾਰ ਕਰਕੇ ਫਿਰ ਦਫਨ ਜਿਹੜਾ ਸੀਗਾ ਉਹ ਕੀਤਾ ਜਾਂਦਾ ਸੀ। ਠੀਕ ਹੈ ਜੀ, ਕਾਫੀ ਨਾ ਲੈਂਥੀ ਹੋ ਜਾਂਦਾ ਬੇਟਾ, ਹੜੱਪਾ ਵਾਲਾ ਹੀ ਤੁਹਾਡਾ ਜਿਹੜਾ ਹੈਗਾ ਹੜੱਪਾ ਵਾਲਾ ਤੇ 2-3 ਟੌਪਿਕ ਹੋਰ ਆ ਜਿਹੜੇ ਕਾਫੀ ਲੈਂਥੀ ਨੇ, ਅਦਰਵਾਈਜ਼ ਤੁਹਾਡਾ ਸਾਰਾ ਬਹੁਤ ਸਮ ਅਪ ਹੋ ਜਾਊਗਾ ਜਲਦੀ। ਠੀਕ ਹੈ, ਲੋਕਲ ਨੇਮ ਮੋਹਨਜੋਦੜੋ ਦਾ ਕੀ ਸੀਗਾ, ਮਾਊਂਡ ਆਫ ਡੈਡ which was the only city of the Indus without fortification। ਇਹ ਵੀ ਤੁਹਾਡਾ ਕਰਾ ਚੁੱਕੀ ਆ ਮੈਂ, ਕਿਹੜਾ ਸੀ without fortification ਜਿੱਥੇ ਕੋਈ ਕਿਲੇਬੰਦੀ ਨਹੀਂ ਮਿਲੀ, ਚੰਨਹੁਦਰੋ। ਠੀਕ ਹੈ, ਤਾਂ ਹੋਪ ਤੁਹਾਡਾ ਆਲਮੋਸਟ ਕਾਫੀ ਚੈਪਟਰ ਹੋ ਚੁੱਕਿਆ ਨਾ। then ਹੈਗਾ which among of the following has not been found in the excavated of ਹੜੱਪਨ ਸਾਈਟ ਦੇ ਵਿੱਚ ਕੀ ਨਹੀਂ ਮਿਲਿਆ, ਹੜੱਪਨ ਸਾਈਟ ਦੇ ਵਿੱਚ ਡਰੇਨ ਮਿਲਿਆ, ਖੂਹ ਮਿਲਿਆ, ਕਿਲੇਬੰਦੀ ਵਾਲੇ ਖੇਤਰ ਮਿਲਿਆ, ਰਿਜ਼ਰਵਰ ਮਿਲਿਆ, ਟੈਂਪਲ ਵਿਦ ਸ਼ਿਖਰ ਨਹੀਂ ਮਿਲੇ। ਉਸ ਮੋਸਟ ਇੰਪੋਰਟੈਂਟ ਚੀਜ਼ ਜਿਵੇਂ ਗੰਨਾ ਨਹੀਂ ਮਿਲਿਆ, ਠੀਕ ਹੈ, ਆਇਰਨ ਨਹੀਂ ਮਿਲਿਆ, ਲੋਹਾ ਨਹੀਂ ਮਿਲਿਆ, ਉਸੇ ਤਰੀਕੇ ਨਾਲ ਇੱਥੇ ਮੰਦਿਰਾਂ ਦੇ ਵਿਸ਼ੇਸ਼ ਨਹੀਂ ਮਿਲੇ। ਲੋਕ ਵੈਸੇ ਹੀ ਮੂਰਤੀਆਂ ਦੀ ਪੂਜਾ ਕਰਦੇ ਸੀ ਰੱਖ ਕੇ, ਬਟ ਮੰਦਿਰ ਹੋਣ ਦੀ ਜਿਹੜੀ ਹੈਗੀ ਹੈ ਇੱਥੇ ਕੋਈ ਵੀ ਜਿਹੜੀ ਸਾਨੂੰ ਹੈਗੀ ਉਹ ਅਵਸ਼ੇਸ਼ ਇੱਥੇ ਨਹੀਂ ਪ੍ਰਾਪਤ ਹੁੰਦੇ। ਠੀਕ ਹੈ ਬੇਟਾ, ਦੈਨ ਹੈਗਾ ਵਿਚ ਇਜ਼ ਦਾ ਬਿਗੇਸਟ ਬਿਲਡਿੰਗ ਇਨ ਦਾ ਮੋਹਨਜੋਦੜੋ ਸਭ ਤੋਂ ਵੱਡੀ ਬਿਲਡਿੰਗ ਕਿਹੜੀ ਸੀ, ਗ੍ਰੈਨਰੀ, ਜਿਹੜੀ ਕਿ ਕਿੱਥੇ ਮਿਲਦੀ ਹੈਗੀ ਸਾਨੂੰ, ਮੋਹਨਜੋਦੜੋ ਦੇ ਵਿੱਚ। ਠੀਕ ਹੈ, ਦੈਨ ਹੈਗਾ ਸੈਰਲ ਗਰੋਨ ਬਾਈ ਦਾ ਪੀਪਲ ਆਫ ਦਾ ਹੜੱਪਾ ਸਿਵਲਾਈਜੇਸ਼ਨ ਦੇ ਲੋਕ ਕਿਹੜੀਆਂ ਕ੍ਰੌਪਸ ਉਗਾਉਂਦੇ ਸੀਗੇ, ਸਾਰੀਆਂ ਹੀ, ਵੀਟ ਵੀ, ਰਾਈਸ ਵੀ, ਮਿਲਟ ਵੀ। ਠੀਕ ਹੈ, all of these। ਹੜੱਪਾ ਵੈਪਨ ਵਾਸ ਮੇਡ ਆਫ, ਹੜੱਪਾ ਦੇ ਹਥਿਆਰ ਕਿਹਦੇ ਬਣੇ ਹੋਏ ਸੀ, ਸਟੋਨ ਦੇ, ਕਾਪਰ ਦੇ, ਬ੍ਰੋਂਜ਼ ਦੇ, all of these ਸਾਰਿਆਂ ਦੇ ਹੀ ਬਣੇ ਹੁੰਦੇ ਸੀ। ਠੀਕ ਹੈ ਜੀ, then ਹੋ ਗਿਆ which of the correct chronology of the excavation of the site in the Indus civilization। ਠੀਕ ਹੈ, ਪਹਿਲਾਂ ਤਾਂ ਤੁਹਾਨੂੰ ਦੋ ਚੀਜ਼ਾਂ ਕਲੀਅਰ ਹੋਣਗੀਆਂ ਕਿ ਹੜੱਪਾ ਕਦੋਂ ਫਾਈਂਡ ਕੀਤਾ ਗਿਆ ਸੀ, 1921 ਈਸਵੀ ਦੇ ਵਿੱਚ। ਠੀਕ ਹੈ, ਮੋਹਨਜੋਦੜੋ ਕਦੋਂ ਫਾਈਂਡ ਕੀਤਾ ਗਿਆ ਸੀ, 1922 ਈਸਵੀ ਦੇ ਵਿੱਚ। ਇਹਦਾ ਮਤਲਬ ਸਭ ਤੋਂ ਪਹਿਲਾਂ ਸਾਡੇ ਕੋਲ 3 ਆਉਣਾ ਚਾਹੀਦਾ, ਤਾਂ 3 ਆਪਣੇ ਕੋਲ ਕਿੱਥੇ, ਇੱਥੇ ਇਹਨਾਂ ਦੋ ਆਪਸ਼ਨਾਂ ਦੇ ਵਿੱਚ। ਦੂਜੇ ਨੰਬਰ ਤੇ ਆਪਣੇ ਕੋਲ ਆਉਣਾ ਚਾਹੀਦਾ ਦੂਜੀ ਫਾਈਂਡ ਕੀਤੀ ਸਾਈਟ ਕਿਹੜੀ ਸੀਗੀ, ਫਰਸਟ ਆਪਸ਼ਨ ਵਾਲੀ, ਤਾਂ ਆਪਣੇ ਕੋਲ ਆ ਗਿਆ ਫਰਸਟ, ਆ ਇੱਥੇ ਹੈ ਹੀ ਨਹੀਂ। ਠੀਕ ਹੈ, ਬਾਕੀ ਆਪਣੀਆਂ ਪਹਿਲਾਂ ਹੀ ਐਲੀਮੀਨੇਟ ਹੋ ਗਈਆਂ ਸੀ, ਤਾਂ ਫਿਰ ਆਪਣੇ ਕੋਲ ਡਾਇਰੈਕਟ ਆਂਸਰ ਤਾਂ ਆ ਗਿਆ ਮੋਹਨਜੋਦੜੋ। ਠੀਕ ਹੈ, ਸੌਰੀ ਹੜੱਪਾ, ਫਿਰ ਮੋਹਨਜੋਦੜੋ ਫਾਈਂਡ ਕੀਤਾ, ਸੌਰੀ ਪਹਿਲਾਂ ਹੜੱਪਾ ਫਿਰ ਮੋਹਨਜੋਦੜੋ ਫਾਈਂਡ ਕੀਤਾ, ਫਿਰ ਚੰਨਹੁਦਰੋ ਫਾਈਂਡ ਕੀਤਾ ਤੇ ਲਾਸਟ ਵਿੱਚ ਲੋਥਲ ਨੂੰ ਫਾਈਂਡ ਕੀਤਾ ਗਿਆ। ਮੈਂ ਫਿਰ ਵੀ ਇੱਕ ਵਾਰੀ ਕ੍ਰੋਨੋਲੋਜੀ ਤੁਹਾਨੂੰ ਲਿਖਾ ਦਿੰਨੀ ਆ, ਈਅਰ ਨਹੀਂ ਲਿਖਾਉਂਗੀ ਬੇਟਾ, ਕ੍ਰੋਨੋਲੋਜੀ ਮੈਂ ਲਿਖਵਾ ਦਿੰਨੀ ਆ, ਕੰਪੀਟੀਟਿਵ ਐਗਜ਼ਾਮਸ ਵਿੱਚ ਪੁੱਛ ਲਿਆ ਜਾਂਦਾ ਕਈ ਵਾਰ ਇਹਨਾਂ ਦਾ ਕ੍ਰਮ। ਸਭ ਤੋਂ ਪਹਿਲਾਂ ਫਾਈਂਡ ਕੀਤਾ ਗਿਆ ਹੜੱਪਾ, ਠੀਕ ਹੈ, ਫਿਰ ਫਾਈਂਡ ਕੀਤਾ ਗਿਆ ਮੋਹਨਜੋਦੜੋ ਨੂੰ ਫਾਈਂਡ ਕੀਤਾ ਗਿਆ, ਫਿਰ ਕੀਤਾ ਗਿਆ ਸੁਤਕਾ, ਕਈ ਵਾਰੀ ਜੈਂਡਰ ਲਿਖਿਆ ਹੁੰਦਾ, ਕਈ ਵਾਰ ਗੈਂਡੋਰ ਲਿਖਿਆ ਹੁੰਦਾ। ਠੀਕ ਹੈ, ਤੁਹਾਡੇ ਤੇ ਡਿਪੈਂਡ ਕਰਦਾ। ਠੀਕ ਹੈ, ਸੁਤਕਾ ਗੈਂਡੋਰ ਜਾਂ ਸੁਤਕਾ ਜੈਂਡਰ। ਫਿਰ ਇਸ ਤੋਂ ਬਾਅਦ ਚੰਨਹੁਦਰੋ ਨੂੰ ਫਾਈਂਡ ਕੀਤਾ ਗਿਆ, ਫਿਰ ਕਾਲੀਬੰਗਾ, ਰੰਗਪੁਰ, ਰੋਪੜ ਤੇ ਕੋਟਦੀਜੀ। ਠੀਕ ਹੈ ਜੀ, ਕੋਟਦੀਜੀ, ਇਹਨਾਂ ਨੂੰ ਫਾਈਂਡ ਕੀਤਾ ਗਿਆ। ਇਹਨਾਂ ਤੋਂ ਬਾਅਦ ਜਿਹੜਾ ਸੀਗਾ ਲੋਥਲ ਨੂੰ ਫਾਈਂਡ ਕੀਤਾ ਗਿਆ, ਲੋਥਲ ਤੋਂ ਬਾਅਦ ਆਲਮਗੀਰਪੁਰ। ਠੀਕ ਹੈ, ਆਲਮਗੀਰਪੁਰ ਨੂੰ ਫਾਈਂਡ ਕੀਤਾ ਗਿਆ, ਆਲਮਗੀਰਪੁਰ ਤੋਂ ਬਾਅਦ ਬਨਾਵਲੀ, ਤੇ ਬਨਾਵਲੀ ਤੋਂ ਬਾਅਦ ਜਿਹੜਾ ਸੀਗਾ ਧੋਲਾਵੀਰਾ, ਨਵੀਂ ਸਾਈਟ ਆ ਨਾ ਧੋਲਾਵੀਰਾ ਜਾਂ ਢੋਲਾਵੀਰਾ, ਇਹ ਫਾਈਂਡ ਕੀਤੀ ਗਈ। ਠੀਕ ਹੈ, ਤਾਂ ਇਹਨਾਂ ਦੀ ਕ੍ਰੋਨੋਲੋਜੀ ਆ ਹੜੱਪਾ, ਫਿਰ ਮੋਹਨਜੋਦੜੋ, ਫਿਰ ਸੁਤਕਾ ਗੈਂਡੋਰ, ਚੰਨਹੁਦਰੋ, ਕਾਲੀਬੰਗਾ, ਰੰਗਪੁਰ, ਰੋਪੜ, ਕੋਟਦੀਜੀ ਵੀ ਸਿੰਧ ਦੇ ਵਿੱਚ ਆ, ਲੋਥਲ, ਆਲਮਗੀਰਪੁਰ, ਬਨਾਵਲੀ, ਧੋਲਾਵੀਰਾ, ਇਸ ਕ੍ਰਮ ਦੇ ਵਿੱਚ ਫਾਈਂਡ ਕੀਤੇ ਗਏ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ, ਵਿਚ ਵਾਸ ਦਾ ਬੈਕਬੋਨ ਆਫ ਇੰਡਸ ਇਕਨੋਮੀ। ਇੰਡਸ ਇਕਨੋਮੀ ਸੀ ਜਿਹੜੀ ਪੂਰੀ ਤਰ੍ਹਾਂ ਐਗਰੀਕਲਚਰ ਦੇ ਉੱਪਰ ਤੇ ਪਸ਼ੂ ਪਾਲਣ ਦੇ ਉੱਪਰ ਡਿਪੈਂਡ ਸੀਗੀ। ਠੀਕ ਹੈ,
देन आ गया हड़प्पा वाज द अर्लीएस्ट पीपल टू प्रोड्यूस, हड़प्पन केड़ी चीज सब तो पहला पैदा की थी, मैं पहला ही दस चुकी है कॉटन, ਤਾਂ ਕਾਟਨ ਇਹਨਾਂ ਨੇ ਸਭ ਤੋਂ ਪਹਿਲਾਂ ਪ੍ਰੋਡਿਊਸ ਕੀਤੀ ਸੀਗੀ। ਇਸੇ ਕਰਕੇ ਹੀ ਜਿਹੜੇ ਯੂਨਾਨੀ ਸੀਗੇ, ਗ੍ਰੀਕ ਸੀਗੇ, ਪੁੱਛ ਲਿਆ ਜਾਂਦਾ ਗ੍ਰੀਕਾਂ ਨੇ ਜਿਹੜਾ ਸਿੰਧੂ ਵਰਡ ਯੂਜ਼ ਕੀਤਾ ਸੀ ਇਹਨਾਂ ਦੇ ਲਈ, ਠੀਕ ਹੈ, ਸਿੰਧੂ ਵਰਡ ਕਪਾਹ ਦੇ ਲਈ ਇਹਨਾਂ ਨੇ ਸਿੰਧੂ ਵਰਡ ਯੂਜ਼ ਕੀਤਾ ਕਿਉਂਕਿ ਉਹਨਾਂ ਨੇ ਕਪਾਹ ਬਣਾਉਣ ਦਾ ਗਿਆਨ ਇੱਥੋਂ ਲਿਆ ਸੀ। ਹੜੱਪਨ ਵਰਡ ਦਾ अर्लीएस्ट ਪੀਪਲ ਟੂ ਪ੍ਰੋਡਿਊਸ ਹੋ ਚੁੱਕਾ ਤੁਹਾਡਾ। ਹੂ ਇਜ਼ ਦਾ ਐਗਜ਼ਾਵੇਟਡ ਆਫ ਹੜੱਪਾ ਸਾਈਟ, ਹੜੱਪਾ ਸਾਈਟ ਦੀ ਕਿਹਨੇ ਖੋਜ ਕੀਤੀ ਸੀ? ਦਿਆਰਾਮ ਸਾਨੀ, ਹਨਾ ਤੁਸੀਂ ਕਰ ਚੁੱਕੇ ਹੋ। ਦਿਆਰਾਮ ਸਾਨੀ ਨੇ ਹੜੱਪਾ ਸਾਈਟ ਖੋਜ ਕੀਤੀ ਸੀ। ਰਾਖਲ ਦਾਸ ਬੈਨਰਜੀ ਨੇ ਮੋਹਨਜੋਦੜੋ ਦੀ ਖੋਜ ਕੀਤੀ ਸੀ, ਠੀਕ ਹੈ, ਮੈਕੀ ਚਨਹੁਦਰੋ ਵਾਲਾ ਏਰੀਆ, ਠੀਕ ਹੈ। ਹੜੱਪਾ ਇਜ਼ ਸਿਚੁਏਟਡ ਔਨ ਦਾ ਰਿਵਰ, ਹੜੱਪਾ ਕਿਹੜੀ ਨਦੀ ਦੇ ਉੱਪਰ ਸਥਿਤ ਹੈ? ਰਾਵੀ ਨਦੀ, ਠੀਕ ਹੈ, ਇਹ ਤੁਹਾਡਾ ਹੋ ਚੁੱਕਿਆ। ਕਿਹੜੀ ਨਦੀ ਦੇ ਉੱਪਰ ਸਥਿਤ ਹੈ ਬੇਟਾ? ਰਾਵੀ ਨਦੀ, ਠੀਕ ਹੈ। in Indus Valley civilization ਧੋਲਾਵੀਰਾ is famous for the following, ਕਿਹਦੇ ਲਈ ਫੇਮਸ ਹੈਗਾ ਧੋਲਾਵੀਰਾ? ਤਾਂ ਧੋਲਾਵੀਰਾ ਆਪਣੀ ਜਿਹੜੀ ਸੀਗੀ ਵਾਟਰ ਕੰਜ਼ਰਵੇਸ਼ਨ ਦੇ ਲਈ ਸਭ ਤੋਂ ਜ਼ਿਆਦਾ ਪ੍ਰਸਿੱਧ ਆ। ਇਹ ਨਹੀਂ ਹੈਗਾ ਕਿ ਰੌਕ ਕੱਟ ਆਰਕੀਟੈਕਚਰ ਲਈ ਨਹੀਂ ਆ, ਰੌਕ ਕੱਟ ਆਰਕੀਟੈਕਚਰ ਵੀ ਧੋਲਾਵੀਰਾ ਦਾ ਪ੍ਰਸਿੱਧ ਆ, ਬਟ ਸਭ ਤੋਂ ਜ਼ਿਆਦਾ ਪ੍ਰਸਿੱਧ ਜਿਹੜਾ ਹੈ ਵਾਟਰ ਕੰਜ਼ਰਵੇਸ਼ਨ, ਵਾਟਰ ਦਾ ਪ੍ਰਬੰਧ, ਡੈਮ ਸੀਗਾ ਇਹਨਾਂ ਦੇ ਉੱਪਰ ਬਣਾਇਆ ਹੋਇਆ, ਬਹੁਤ ਅੱਛਾ ਪ੍ਰਬੰਧ ਸੀ ਇਹਦਾ ਕੀਤਾ ਹੋਇਆ, ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, The people of the Indus Valley civilization usually build their house, ਤਾਂ ਲੋਕਾਂ ਦੇ ਘਰ ਕਾਦੇ ਬਣੇ ਹੋਏ ਸੀ? ਲੋਕਾਂ ਦੇ ਘਰ ਪੱਕੀਆਂ ਇੱਟਾਂ ਦੇ ਬਣੇ ਹੋਏ ਸੀ, ਪੱਕੀਆਂ ਸੜਕਾਂ ਸੀਗੀਆਂ, ਪੱਕੀਆਂ ਨਾਲੀਆਂ ਸੀਗੀਆਂ, ਤੁਹਾਨੂੰ ਕਲੀਅਰ ਹੋਊਗਾ ਸਭ ਨੂੰ, ਹਨਾ। ਅਸੀਂ ਸਭ ਨੇ ਇਹ ਪੋਰਸ਼ਨ ਇਹ ਕੀਤਾ ਹੀ ਹੋਇਆ ਕਿ ਘਰ ਕਿਵੇਂ ਦੇ ਸੀਗੇ, ਹਨਾ। ਤਾਂ ਘਰ ਪੱਕੀਆਂ ਇੱਟਾਂ ਦੇ ਬਣੇ ਹੋਏ ਸੀ, ਸੜਕਾਂ ਚੌੜੀਆਂ ਸੀਗੀਆਂ, ਨਾਲੀਆਂ ਇੱਕ ਦੂਜੇ ਨੂੰ ਤਕੋਣ ਤੇ ਕੱਟਦੀਆਂ ਸੀਗੀਆਂ, ਠੀਕ ਹੈ ਜੀ। ਤੇ ਮਕਾਨਾਂ ਦੀਆਂ ਕੰਧ ਸਾਂਝੀ ਨਹੀਂ ਸੀ ਹੁੰਦੀ, ਇਹ ਵੀ ਸੀ। ਪੱਥਰਾਂ ਦਾ ਪ੍ਰਯੋਗ ਇੱਥੇ ਨਹੀਂ ਕੀਤਾ ਗਿਆ, ਇੱਟਾਂ ਦਾ ਹੀ ਕੀਤਾ ਗਿਆ, ਤੇ ਕੰਧਾਂ ਸਾਂਝੀਆਂ ਨਹੀਂ ਸੀ ਹੁੰਦੀਆਂ। ਵਿਚ ਆਫ ਫੋਲੋਇੰਗ ਇਜ਼ ਨਾਟ ਅ ਇੰਡਸ ਵੈਲੀ ਸਾਈਟ, ਕਿਹੜੀ ਇੰਡਸ ਵੈਲੀ ਸਾਈਟ ਨਹੀਂ ਹੈ? ਰੰਗਪੁਰ ਪੜ ਚੁੱਕੇ ਹੋ ਤੁਸੀਂ, ਸੁਤਕਾ ਗੰਡੌਰ ਪੜ ਚੁੱਕੇ ਹੋ, ਲੋਥਲ ਪੜ ਚੁੱਕੇ ਹੋ, ਪਾਟਲੀਪੁੱਤਰ ਅਸੀਂ ਨਹੀਂ ਪੜ੍ਹੀ ਕਿਉਂਕਿ ਪਾਟਲੀਪੁੱਤਰ ਮਗਧ ਦੀ ਰਾਜਧਾਨੀ ਸੀ, ਅੱਗੇ ਜਾ ਕੇ ਆਊਗੀ, ਹਜੇ ਤੱਕ ਸਾਨੂੰ ਜਿਹੜਾ ਹੈਗਾ ਪਾਟਲੀਪੁੱਤਰ ਦਾ ਜ਼ਿਕਰ ਹੜੱਪਾ ਕਾਲ ਦੇ ਵਿੱਚ ਫਾਈਂਡ ਨਹੀਂ ਹੁੰਦਾ, ਠੀਕ ਹੈ ਜੀ। ਦੈਨ ਆ ਗਿਆ ਵਿਚ ਇਜ਼ ਦਾ ਬਿਗੇਸਟ ਹੜੱਪਨ ਸਾਈਟ, ਸਭ ਤੋਂ ਵੱਡੀ ਹੜੱਪਨ ਸਾਈਟ। ਵੈਸੇ ਤਾਂ ਸਭ ਤੋਂ ਵੱਡੀ ਜਿਹੜੀ ਹੜੱਪਨ ਸਾਈਟ ਹੈਗੀ ਆ, ਠੀਕ ਹੈ, ਉਹ ਕਿਹੜੀ ਹੈਗੀ ਆ ਆਪਣੇ ਕੋਲ? ਮੋਹਨਜੋਦੜੋ। ਬਟ ਜੇ ਪੁੱਛਣ ਭਾਰਤ ਦੇ ਵਿੱਚ ਕਿਹੜੀ ਹੈਗੀ ਆ, ਤਾਂ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਾਈਟ ਮੰਨੀ ਜਾਂਦੀ ਹੈਗੀ ਆ, ਠੀਕ ਹੈ, ਸਭ ਤੋਂ ਵੱਡੀ ਉਹ ਹੈਗੀ ਆ ਰਾਖੀਗੜ੍ਹੀ, ਠੀਕ ਹੈ ਜੀ। ਰਾਖੀਗੜ੍ਹੀ ਕਿੱਥੇ ਹੈ? ਇਹ ਰਾਖੀਗੜ੍ਹੀ ਹਰਿਆਣਾ ਦੇ ਵਿੱਚ, ਹਰਿਆਣਾ ਦੇ ਵਿੱਚ ਹੈ, ਸਭ ਤੋਂ ਵੱਡੀ ਸਾਈਟ ਮੰਨੀ ਜਾਂਦੀ ਹੈ। ਵਿਚ ਇਜ਼ ਦਾ ਲੇਟੈਸਟ ਇੰਡਸ ਵੈਲੀ ਡਿਸਕਵਰ, ਜਿਹੜੀ ਲੇਟੈਸਟ ਡਿਸਕਵਰਡ ਆ ਉਹ ਮੈਂ ਪਹਿਲਾਂ ਦੱਸ ਚੁੱਕੀ ਆ, ਧੋਲਾਵੀਰਾ, ਠੀਕ ਹੈ। ਧੋਲਾਵੀਰਾ ਨੂੰ ਨਵੀਆਂ ਫਾਈਂਡ ਕੀਤੀਆਂ ਦੇ ਵਿੱਚ ਜਿਹੜਾ ਹੈਗਾ ਰੱਖਿਆ ਜਾਂਦਾ। ਕਲੀਅਰ? ਤਾਂ ਇਹ ਤੁਹਾਡਾ ਮੇਨ ਟੌਪਿਕ ਸੀਗਾ। ਇੱਕ ਚੀਜ਼ ਜਿਹੜੀ ਹੈਗੀ ਆ ਤੁਸੀਂ ਮੇਨ ਆਰਟ ਐਂਡ ਕਰਾਫਟ ਚੋਂ ਪੁੱਛ ਸਕਦੇ ਆ, ਤਾਂ ਆਰਟ ਕਰਾਫਟ ਦੇ ਵਿੱਚੋਂ ਗੱਲ ਕਰਦੇ ਆ ਤਾਂ ਉਸ ਟਾਈਮ ਤੇ ਜਿਹੜੇ ਆਰਟ ਕਰਾਫਟ ਸੀਗਾ, ਜਾਨੀ ਟੂਲ ਸੀਗੇ, ਉਹ ਕਾਦੇ ਬਣੇ ਸੀ? ਪੱਥਰ ਦੇ, ਕਾਂਸੇ ਦੇ, ਟਿਨ ਦੇ, ਠੀਕ ਹੈ। ਗਹਿਣੇ ਸੀਗੇ, ਪਰ ਜੋ ਗਹਿਣੇ ਪਾਉਂਦੇ ਸੀ ਲੋਕ, ਸੋਨੇ ਚਾਂਦੀ ਇਹਨਾਂ ਦੇ। ਗਰਮੀਆਂ ਦੇ ਵਿੱਚ ਕਾਟਨ ਦਾ ਫੈਬਰਿਕ ਪਾਉਂਦੇ ਸੀ, ਸਰਦੀਆਂ ਦੇ ਵਿੱਚ ਉੱਨ ਦਾ ਪ੍ਰਯੋਗ ਵੀ ਕਰਦੇ ਸੀ। ਬਰਤਨ ਆ ਜਿਹੜੇ ਉਹ ਉਸ ਟਾਈਮ ਤੇ ਮਿਲੇ ਹੈਗੇ ਆ, ਬਰਤਨ ਸੀ ਜਿਹੜੇ ਉੱਥੇ ਮਿਲੇ ਉਹ ਲਾਲ ਤੇ ਕਾਲੇ ਰੰਗ ਦੇ ਮਿਲੇ ਆ, ਲਾਲ ਤੇ ਕਾਲੇ ਰੰਗ ਦੇ। ਜਿਵੇਂ ਹੁਣ ਹੁੰਦੇ ਆ ਨਾ ਆਪਣੇ ਘੜੇ, ਲਾਲ ਘੜਾ ਉੱਪਰ ਕਾਲਾ ਜਿਹਾ ਡਿਜ਼ਾਈਨ ਕੀਤਾ ਹੁੰਦਾ, ਲਾਲ ਤੇ ਕਾਲੇ ਰੰਗ ਦੇ, ਜਾਨੀ ਬਲੈਕ ਐਂਡ ਰੈਡ ਵੇਅਰ, ਠੀਕ ਹੈ, ਬਲੈਕ ਐਂਡ ਰੈਡ ਵੇਅਰ ਬਰਤਨ ਇੱਥੇ ਮਿਲੇ ਆ। ਬਰਤਨਾਂ ਦੇ ਉੱਪਰ ਜਿਹੜਾ ਹੈਗਾ ਚਿੱਤਰ ਬਣਾਏ ਗਏ ਆ, ਜਿਓਮੈਟ੍ਰੀਕਲ ਡਿਜ਼ਾਈਨ ਆ, ਜਾਨਵਰਾਂ ਦੇ ਡਿਜ਼ਾਈਨ ਆ। ਤੇ ਟੈਰਾਕੋਟਾ ਵੀ ਉਸ ਟਾਈਮ ਤੇ ਮਿਲਿਆ। ਟੈਰਾਕੋਟਾ ਕੀ ਹੁੰਦਾ? ਕੱਚੀ ਮਿੱਟੀ ਦੇ ਬਣੇ ਹੋਏ ਖਿਡੌਣੇ। ਟੈਰਾਕੋਟਾ ਕੱਚੀ ਮਿੱਟੀ ਹੁੰਦੀ ਹੈ, ਤਾਂ ਕੱਚੀ ਮਿੱਟੀ ਦੇ ਬਣੇ ਹੋਏ ਡਿਫਰੈਂਟ ਖਿਡੌਣੇ ਆ ਜਿਹੜੇ ਉਹ ਵੀ ਮਿਲੇ ਆ, ਠੀਕ ਹੈ। ਤਾਂ ਬੋਸਟੋ ਲਿਪੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਆ, ਬੋਸਟੋਫੈਡਨ ਲਿਪੀ ਆ। ਬੋਸਟੋਫੈਡਨ ਲਿਪੀ ਕਿਹੜੀ ਹੁੰਦੀ ਆ? ਜਿਹੜੀ ਲਿਪੀ ਇੱਕ ਲਾਈਨ ਜਿਹੜੀ ਹੈਗੀ ਆ ਉਹ ਸੱਜੇ ਪਾਸੇ ਤੋਂ, ਠੀਕ ਹੈ, ਮੈਂ ਇਧਰੋਂ ਲਿਖਣੀ ਸ਼ੁਰੂ ਕਰਾਂ, ਐਵੇਂ ਸੱਜੇ ਪਾਸੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ, ਫਿਰ ਖੱਬੇ ਪਾਸੇ ਤੋਂ ਸੱਜੇ ਪਾਸੇ ਲਿਖੀ ਜਾਂਦੀ ਹੈ, ਫਿਰ ਖੱਬੇ ਤੋਂ ਸੱਜੇ, ਸੱਜੇ ਤੋਂ ਖੱਬੇ, ਇਸ ਤਰੀਕੇ ਨਾਲ, ਠੀਕ ਹੈ। ਤਾਂ ਲਿਖਣੀ ਸ਼ੁਰੂ ਕੀਤੀ ਜਾਂਦੀ ਹੈ ਕਿਹੜੇ ਪਾਸੇ ਤੋਂ? ਸੱਜੇ ਤੋਂ ਖੱਬੇ, ਫਿਰ ਖੱਬੇ ਤੋਂ ਸੱਜੇ, ਇਸ ਤਰੀਕੇ ਨਾਲ ਲਿਖੀ ਜਾਂਦੀ ਹੈ। ਪਿਕਟੋਗ੍ਰਾਫਿਕ ਸੀਗੇ, ਤੁਹਾਨੂੰ ਸਭ ਨੂੰ ਕਲੀਅਰ ਹੋਊਗਾ, ਠੀਕ ਹੈ ਜੀ। ਤੇ ਇੱਕ ਲਾਸਟ ਚੀਜ਼ ਜਿਹੜੀ ਤੁਸੀਂ ਹੜੱਪਾ ਦੇ ਬਾਰੇ ਚ ਯਾਦ ਕਰਨੀ ਆ, ਪਤਨ ਨੂੰ ਲੈ ਕੇ ਕਾਫੀ ਜ਼ਿਆਦਾ, ਹਨਾ, ਕਿ ਪਤਨ ਇਹਦਾ ਕਦੋਂ ਹੋਇਆ। ਦੇਖੋ ਜਿਹੜੀ ਹੈਗੀ ਆ ਇਹ ਐਸਟੈਬਲਿਸ਼ ਹੁੰਦੀ ਆ 2500 BC ਦੇ ਆਸ-ਪਾਸ, ਠੀਕ ਹੈ, ਤੇ 1900 BC ਦੇ ਆਸ-ਪਾਸ ਬਿਲਕੁਲ ਖਤਮ ਹੋ ਜਾਂਦੀ ਹੈ ਨਾ, ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਰੀਜ਼ਨ ਡਿਫਰੈਂਟ ਮੰਨੇ ਜਾਂਦੇ ਆ। ਕੋਈ ਇਹ ਆਖਦਾ ਕਿ ਬਾਹਰੀ ਹਮਲੇ ਹੋਣ ਲੱਗ ਗਏ ਸੀ, ਜਿਵੇਂ ਆਰੀਆ ਆ ਗਏ ਸੀ ਉਸ ਤੋਂ ਬਾਅਦ, ਹਨਾ, ਤਾਂ ਬਾਹਰੀ ਹਮਲੇ ਹੋਣ ਲੱਗ ਗਏ ਸੀ, ਕਹਿੰਦੇ ਇਸ ਕਰਕੇ ਜਿਹੜਾ ਹੈਗਾ ਐਕਸਟਰਨਲ ਹਮਲਿਆਂ ਦੇ ਕਰਕੇ
ਇਹ ਜਿਹੜੀ ਸਭਿਅਤਾ ਸੀ ਉਹ ਖਤਮ ਹੋ ਗਈ। ਠੀਕ ਹੈ, ਕਈ ਕਹਿੰਦੇ ਆ ਕਿ ਇੱਥੇ ਮਹਾਮਾਰੀ ਫੈਲ ਗਈ ਸੀਗੀ ਇਸ ਕਰਕੇ। ਠੀਕ ਹੈ, ਕਈ ਜਿਵੇਂ ਮਾਰਸ਼ਲ ਹੋ ਗਿਆ ਜਾਂ ਰਾਈਕਸ ਹੋ ਗਏ, ਹਨਾ, ਇਹ ਉਹ ਇਤਿਹਾਸਕਾਰ ਆ ਜਿਹੜੇ ਮੰਨਦੇ ਆ ਕਿ ਹੜੱਪਾ ਕਿਵੇਂ ਖਤਮ ਹੋਇਆ। ਢੋਲਾਵੀਰਾ ਦੀ ਅਸਲ ਦੇ ਵਿੱਚ ਇਹ ਗੱਲ ਕਰਦੇ ਆ ਤਾਂ ਕਹਿੰਦੇ ਢੋਲਾਵੀਰਾ ਸੀਗਾ ਜਿਹੜਾ ਟੈਕਟੋਨਿਕ ਡਿਸਟਰਬੈਂਸ ਜਾਨੀ ਭੂਚਾਲ ਆ ਗਏ, ਤੂਫਾਨ ਆ ਗਏ, ਇਹਨਾਂ ਦੇ ਨਾਲ ਖਤਮ ਹੋ ਗਿਆ। ਠੀਕ ਹੈ, ਵੀਲਰ ਇਹ ਮੰਨਦੇ ਆ ਕਿ ਸਡਨ ਹੀ ਅਚਾਨਕ ਹੀ ਡਿਕਲਾਈਨ ਹੋ ਗਿਆ। ਠੀਕ ਹੈ, ਫਿਰ ਕਈ ਇਹ ਮੰਨਦੇ ਆ ਕਿ ਮੌਸਮ ਦੇ ਵਿੱਚ ਪਰਿਵਰਤਨ ਹੋ ਗਿਆ ਸੀਗਾ। ਠੀਕ ਹੈ, ਤੇ ਮੋਸਟ ਇੰਪੋਰਟੈਂਟ ਫਲੱਡ ਮੇਨ ਕਾਰਨ ਮੰਨੇ ਜਾਂਦੇ ਆ, ਕਿਉਂਕਿ ਜਿਵੇਂ ਹੜੱਪਾ ਹੋ ਗਿਆ ਜਾਂ ਆਪਾਂ ਕਹੀਏ ਮੋਹਨਜੋਦੜੋ ਹੋ ਗਿਆ, ਉਹ ਹੜ੍ਹਾਂ ਦੇ ਨਾਲ ਨਦੀਆਂ ਦੇ ਕੰਢੇ ਤੇ ਸੀ, ਅਚਾਨਕ ਹੜ੍ਹ ਆਏ, ਸਾਰੇ ਲੋਕ ਦੱਬ ਗਏ, ਫਿਰ ਬਾਹਰ ਨਿਕਲ ਗਏ, ਹਨਾ, ਫਿਰ ਉੱਪਰ ਬਾਹਰ ਨਹੀਂ ਨਿਕਲ ਗਏ, ਫਿਰ ਦੁਬਾਰਾ ਉੱਥੇ ਕੋਈ ਆ ਕੇ ਸੱਭਿਅਤਾ ਵਸ ਗਈ, ਫਿਰ ਜਿਹੜੀ ਉਹ ਸੱਭਿਅਤਾ ਵਸੀ ਸੀ ਉਹ ਕਿੰਨੇ ਸਾਲਾਂ ਬਾਅਦ ਹੜ੍ਹ ਆਈ, ਉਹ ਦੱਬ ਗਈ ਨੀਚੇ, ਹਨਾ। ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਖਾਸ ਕਰਕੇ ਮੋਹਨਜੋਦੜੋ ਲਈ ਮਾਰਸ਼ਲ ਵਰਗੇ ਜਿਹੜੇ ਇਤਿਹਾਸਕਾਰ ਉਹ ਮੰਨਦੇ ਆ ਕਿ ਇਹ ਜਿਹੜਾ ਸ਼ਹਿਰ ਸੀਗਾ ਉਹ ਹੜ੍ਹਾਂ ਦੇ ਰਾਹੀਂ ਡਿਸਟਰੋਏ ਹੋਇਆ। ਤਾਂ ਇਸ ਤਰੀਕੇ ਨਾਲ ਇਹਦਾ ਪਤਨ ਕਿਵੇਂ ਹੋਇਆ ਉਹ ਕਿਸੇ ਨੂੰ ਪ੍ਰੋਪਰ ਨਹੀਂ ਪਤਾ, ਸਭ ਦੇ ਕਾਰਨ ਵੱਖ-ਵੱਖ ਆ, ਬਟ 1900 ਜਿਹੜਾ ਹੈਗਾ BC ਦੇ ਆਸ-ਪਾਸ ਇਹ ਜਿਹੜੀ ਸੀਗੀ ਇਹ ਪਤਨ ਵੱਲ ਜਾਵੜੀ। ਸਰਸਵਤੀ ਨਦੀ ਸੁੱਕ ਗਈ, ਸਾਡੀ ਸਿੰਧ ਨਦੀ ਸੁੱਕ ਗਈ, ਤਾਂ ਇਸ ਕਰਕੇ ਪਤਨ ਵੱਲ ਜਾਂਦਾ ਰਿਹਾ। ਠੀਕ ਹੈ ਜੀ, ਤਾਂ ਇਹ ਸੀ ਤੁਹਾਡਾ ਹੜੱਪਾ ਸਿਵਲਾਈਜੇਸ਼ਨ ਜੀਕੇ ਦਾ ਮੋਸਟ ਇੰਪੋਰਟੈਂਟ, ਹਿਸਟਰੀ ਦਾ ਮੋਸਟ ਇੰਪੋਰਟੈਂਟ ਟੌਪਿਕ। ਉਹ ਹਿਸਟਰੀ ਤੁਹਾਡੇ ਮੇਨ ਸਬਜੈਕਟ ਦੇ ਵਿੱਚ ਆ ਰਹੀ ਹੈ ਜਾਂ ਤੁਹਾਨੂੰ ਜੀਕੇ ਦੇ ਵਿੱਚ ਆ ਰਹੀ ਹੈ, ਸਭ ਲਈ ਇੰਪੋਰਟੈਂਟ ਹੈ। ਥੈਂਕ ਯੂ ਸੋ ਮਚ।